जी आए ਨੂੰ प्यारे विद्यार्थियों इंग्लिश ग्रामर एंड कंपोजिशन की किताब का जो चैप्टर नंबर 19 है ਉਹਦੇ ਨਾਲ जुड़िया रिवीजन मटीरियल टर्म 1 रीडिंग कंप्रीहेंशन का पैराग्राफ नंबर 5 करन जा रहे हैं। सो नोटबुक ਅਤੇ ਪੈਨ ਲੈ ਲਓ। ਪੈਰਾਗ੍ਰਾਫ ਦੀ ਰੀਡਿੰਗ ਨੂੰ ਉਹਦੀ ਟਰਾਂਸਲੇਸ਼ਨ ਨੂੰ ਬੜੇ ਧਿਆਨ ਨਾਲ ਸੁਣੋ ਤੇ ਜਿਹੜੇ ਔਖੇ ਸ਼ਬਦ ਆਣਗੇ ਉਹਨਾਂ ਦੇ ਅਰਥ ਤੁਸੀਂ ਨੋਟ ਕਰ ਲੈਣੇ ਨੇ ਤੇ ਕੰਠ ਕਰਨੇ ਨੇ ਤਾਂ ਕਿ ਬਾਅਦ ਵਿੱਚੋਂ ਸਵਾਲਾਂ ਦੇ ਜਵਾਬ ਦੇਣੇ ਤੁਹਾਡੇ ਲਈ ਸੁਖੈਨ ਹੋ ਸਕਣ। ਸੋ ਆਓ ਸ਼ੁਰੂ ਕਰੀਏ ਤੇ ਬਾਅਦ ਚੋਂ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਨੇ ਤੁਸੀਂ ਬਿਨਾਂ ਦੇਖੇ ਆਪਣੇ ਆਪ ਹੀ ਕਰਨ ਦਾ ਅਭਿਆਸ ਜ਼ਰੂਰ ਕਰਨਾ ਹੈ। ਸੋ शुरू होता है इतों जी। डांस इज़ अ परफॉर्मिंग आर्ट। आर्ट मैंने कला, परफॉर्मिंग मैंने अदाकारी बड़ी, अर्थात जिथे बंदा स्टेज ते खड़ा होके बोलता है, हिलदा जुलदा है, अदाकारी करता है। सो नाच एक अदाकारी दी किस्म दी कला है। कंप्राइजिंग अ सीरीज ऑफ मूवमेंट्स एंड स्टैप्स, जिहदे विच सीरीज मैंने लड़ियां बल्कि एक लड़ी होंदी है मूवमेंट्स दी, शरीर की हरकत की। मूवमेंट्स का मतलब कि शरीर की हरकतों की गल है, हथ पैर धौण है ना, एंड स्टैप्स ते जिहड़े पैरां दे कदम पुट्टे जांदे ने उन्हां दा ते हरकत दा, दैट आर सिंक्रोनाइज्ड, जिन्हां नूं इकमिक कीता जांदा है टू मैच दी स्पीड एंड रिदम ऑफ म्यूजिक। इकमिक किहदे नाल कीता जांदा है तां कि जिहड़ी मूवमेंट हैगी है, स्टैप्स हैगे ने, ਉਹ ਜਿਹੜਾ ਸੰਗੀਤ ਵੱਜ ਰਿਹਾ ਹੈ ਉਹਦੀ ਗਤੀ ਜਿਹੜੀ ਹੈ, ਸਪੀਡ ਹੈ, ਰਫਤਾਰ ਹੈ ਤੇ ਰਿਦਮ ਮੈਨੇ ਉਹਦੀ ਜੋ ਤਾਲ ਹੈ ਉਹਦੇ ਨਾਲ ਸਰੀਰ ਦੀ ਮੂਵਮੈਂਟ ਤੇ ਜਿਹੜੇ ਸਟੈਪਸ ਨੇ ਉਹ ਪੂਰੇ ਇੱਕਮਿਕ ਲੱਗਣ, ਉਹਦੇ ਨਾਲ ਪੂਰੇ ਮੇਲ ਖਾਣ, ਸਿੰਕਰੋਨਾਈਜ਼ਡ ਹੋ ਜਾਣ। ਠੀਕ ਹੈ। ਕਹਿੰਦੇ ਇਟ ਇਜ਼ ਅਕੰਪਨੀਡ ਬਾਈ ਜੈਸਚਰਸ ਐਂਡ ਐਕਸਪ੍ਰੈਸ਼ਨਸ। ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਹੁੰਦੀ ਹੈ, ਜੈਸਚਰਸ ਬਣਦੇ ਇਸ਼ਾਰੇ, ਮਤਲਬ ਭਰਵੱਟਿਆਂ ਦੇ ਇਸ਼ਾਰੇ ਹੋ ਸਕਦੇ ਨੇ, ਉਂਗਲਾਂ ਨਾਲ ਇਸ਼ਾਰੇ ਹੋ ਸਕਦੇ ਨੇ, ਐਂਡ ਐਕਸਪ੍ਰੈਸ਼ਨਸ ਹਾਵ ਭਾਵ, ਚਿਹਰੇ ਦੇ ਹਾਵ ਭਾਵ, ਖਾਖਾਂ, ਗੱਲਾਂ, ਬੁੱਲ, ਨੱਕ, ਅੱਖਾਂ, ਸਾਰਾ ਜਿਹੜਾ ਹੈ ਡੇਲੀ ਇੱਧਰ ਉੱਧਰ ਕੀਤੇ ਜਾਂਦੇ ਨੇ। ਸੋ ਉਹਨੂੰ ਅਸੀਂ ਐਕਸਪ੍ਰੈਸ਼ਨਸ ਕਹਿੰਦੇ, ਚਿਹਰੇ ਦੇ ਹਾਵ ਭਾਵ, ਜਿਸ 'ਚ ਗੁੱਸਾ ਹੋ ਸਕਦਾ ਹੈ, ਖੁਸ਼ੀ ਹੋ ਸਕਦੀ ਹੈ, ਹੈਰਾਨੀ ਹੋ ਸਕਦੀ ਹੈ, ਇਹ ਸਾਰੇ ਹਾਵ ਭਾਵ ਤੇ ਜੈਸਚਰਸ ਇਸ਼ਾਰੇ। ਅਰਥਾਤ ਸਰੀਰ ਦੀ ਜਿਹੜੀ ਮੂਵਮੈਂਟ ਹੈ, ਉਹ ਕਦਮ ਪੈਰ ਜਿਹੜੇ ਪੁੱਟੇ ਜਾਂਦੇ ਨੇ ਉਹ ਉਹਨਾਂ ਦੀ ਇੱਕ ਸੁਰਤਾ ਮੈਚ ਦੇ ਉਹਦੇ ਨਾਲ, ਮਿਊਜ਼ਿਕ ਦੀ ਤਾਲ ਦੇ ਨਾਲ, ਸਪੀਡ ਦੇ ਨਾਲ ਤੇ ਨਾਲ ਦੇ ਨਾਲ ਇਸ਼ਾਰੇ ਅਤੇ ਹਾਵ ਭਾਵ, ਵਿਚ ਐਕਸਪਲੇਨ ਦੀ ਥੀਮ ਕੰਟੇਨਡ ਇਨ ਦੀ ਮਿਊਜ਼ਿਕ। ਇਹ ਸਾਰੀਆਂ ਗੱਲਾਂ ਰਲ ਕੇ ਜਿਹੜੀਆਂ ਨੇ ਇਹ ਕੀ ਕਰਦੀਆਂ ਨੇ, ਜੋ ਸੰਗੀਤ ਦੀ ਵਿਸ਼ਾ ਵਸਤੂ ਹੈ ਉਹਦੇ 'ਚ ਪਾਈ ਗਈ ਹੈ ਵੀ ਸੰਗੀਤ ਕਿਸ ਵਿਸ਼ੇ ਨਾਲ ਜੁੜਿਆ ਹੋਇਆ ਹੈ, ਕਿ ਉਹ ਕੋਈ ਜੰਗ ਦੀ ਵਾਰ ਹੈਗੀ ਹੈ ਜਾਂ ਕੋਈ ਉਹ ਉਦਾਸੀ ਵਾਲਾ ਕੋਈ ਸੰਗੀਤ ਹੈਗਾ ਜਾਂ ਕੋਈ ਖੁਸ਼ੀ ਵਾਲਾ ਸੰਗੀਤ ਹੈਗਾ। ਉਹ ਸਾਰੀ ਗੱਲਾਂ ਦਾ ਇਹਨਾਂ ਗੱਲਾਂ ਰਾਹੀਂ ਮਿਊਜ਼ਿਕ ਦੀ ਜਿਹੜੀ ਹੈ ਵਿਸ਼ਾ ਵਸਤੂ ਹੈ ਇਹਦੇ ਰਾਹੀਂ ਪ੍ਰਗਟ ਹੁੰਦੀ ਹੈ, ਉਹ ਪਤਾ ਲੱਗਦੀ ਹੈ। वन कैन डांस अलोन, कोई इकल्ला भी नच सकता है और विद अ पार्टनर या अपने एक दूजे साथी नाल नच सकता है, इन अ ग्रुप या ग्रुप दे विच नच सकता है। ठीक है। रिदम एंड मूवमेंट्स, रिदम मैंने जो ताल हैगी है, मूवमेंट्स मैंने जो हरकतां ने, आर फंडामेंटल टू डांस। ਇਹ ਦੋ ਚੀਜ਼ਾਂ ਜਿਹੜੀਆਂ ਨੇ ਕਿਸੇ ਵੀ ਡਾਂਸ ਲਈ ਬੁਨਿਆਦੀ ਨੇ, ਮੁੱਖ ਹਨ, ਪ੍ਰਮੁੱਖ ਹਨ, ਮੂਲਭੂਤ ਹਨ। ਇੰਡੀਆ ਹੈਜ਼ ਅ ਰਿਚ ਕਲਚਰਲ ਟ੍ਰੈਡੀਸ਼ਨ। ਭਾਰਤ ਦਾ ਇੱਕ ਅਮੀਰ ਸੱਭਿਆਚਾਰਕ ਭਾਰਤ ਦੀ ਇੱਕ ਅਮੀਰ ਸੱਭਿਆਚਾਰਕ ਪਰੰਪਰਾ ਹੈ। ਡਾਂਸ ਇਜ਼ ਅ ਪਾਰਟ ਆਫ ਅਵਰ ਰਿਚ ਕਲਚਰਲ ਹੈਰੀਟੇਜ। ਕਲਚਰ ਹੁੰਦਾ ਸੱਭਿਆਚਾਰ, ਕਲਚਰਲ ਹੁੰਦਾ ਸੱਭਿਆਚਾਰਕ, ਹੈਰੀਟੇਜ ਦਾ ਮਤਲਬ ਹੁੰਦਾ ਵਿਰਾਸਤ, ਵਿਰਸਾ। ਸੋ ਡਾਂਸ ਇਜ਼ ਅ ਪਾਰਟ ਆਫ ਅਵਰ ਰਿਚ ਕਲਚਰਲ ਹੈਰੀਟੇਜ, ਅਰਥਾਤ ਜੋ ਨਾਚ ਹੈ ਉਹ ਸਾਡੀ ਅਮੀਰ ਸੱਭਿਆਚਾਰਕ ਵਿਰਸੇ ਦਾ ਹਿੱਸਾ ਹੈ, ਇੱਕ ਹਿੱਸਾ ਹੈ, ਆ ਪਾਰਟ ਇੱਕ ਹਿੱਸਾ ਹੈ। इट इज़ एज वेरिड एज दी लैंड इटसेल्फ, अर्थात देश की जो धरती है ਉਹਦੀ ਵੰਨ ਸਵੰਨਤਾ ਵਰਗਾ ਹੀ ਇਹ ਨਾਚ ਵੀ ਵੰਨ ਸਵੰਨਾ ਹੈ। ਅਰਥਾਤ ਜਿਵੇਂ ਸੂਬੇ ਅਲੱਗ ਅਲੱਗ, ਸਾਡੇ ਅਲੱਗ ਅਲੱਗ ਬੋਲੀਆਂ, ਅਲੱਗ ਅਲੱਗ ਪੋਸ਼ਾਕਾਂ, ਅਲੱਗ ਅਲੱਗ ਖਾਣੇ, ਅਲੱਗ ਅਲੱਗ ਸਾਡੇ ਰੀਤੀ ਰਿਵਾਜ ਤੇ ਉਹਦੇ ਹਿਸਾਬ ਨਾਲ ਭਾਂਤ ਭਾਂਤ ਦੇ ਨਾਚ ਵੀ ਹੈਗੇ ਨੇ। ਇਟ ਬੀਅਰਸ ਐਨ ਅੰਡਰਲਾਈਂਗ ਯੂਨਿਟੀ ਵਿਚ ਬਾਈਂਡਸ ਦੀ ਪੀਪਲ ਆਫ ਦਾ ਕੰਟਰੀ ਟੂਗੈਦਰ। ਇਹ ਜਿਹੜੀ ਗੱਲ ਹੈ, ਇਹ ਜਿਹੜੀ ਲੁਕੀ ਹੋਈ ਥੱਲੇ ਉਹਦੇ ਜੋ ਇਹਦੇ ਪਿੱਛੇ ਜਿਹੜੀ ਹੈਗੀ ਹੈ ਏਕਤਾ, ਜਿਹੜੀ ਹੈ ਏਕਾ ਹੈ, ਉਹਨੂੰ ਦਰਸਾਉਂਦਾ ਹੈ। ਵਿਚ ਬਾਈਂਡਸ ਦ ਪੀਪਲ ਆਫ ਦੀ ਕੰਟਰੀ ਟੂਗੈਦਰ, ਜੋ ਦੇਸ਼ ਦੇ ਲੋਕਾਂ ਨੂੰ ਇੱਕ ਦੂਜੇ ਨਾਲ ਬੰਨ੍ਹ ਕੇ ਰੱਖਦਾ ਹੈ। ਬਾਈਂਡ ਬਣਨ ਦਾ ਬੰਨਣਾ। ਦੀ ਡਾਂਸਿਸ ਆਫ ਇੰਡੀਆ, ਅਰਥਾਤ ਭਾਰਤ ਦੇ ਨਾਚ, ਆਰ ਐਨ ਐਕਸਪ੍ਰੈਸ਼ਨ ਆਫ ਅਵਰ ਏਸ਼ੀਅੰਟ ਸਿਵਲਾਈਜੇਸ਼ਨ। ਸਿਵਲਾਈਜੇਸ਼ਨ ਮੈਨੇ ਸੱਭਿਅਤਾ, ਏਸ਼ੀਅੰਟ ਮੈਨੇ ਪੁਰਾਤਨ, ਅਰਥਾਤ ਭਾਰਤ ਦੇ ਨਾਚ ਜਿਹੜੇ ਨੇ ਉਹ ਸਾਡੀ ਪੁਰਾਤਨ ਸੱਭਿਅਤਾ ਦਾ ਪ੍ਰਗਟਾਵਾ ਹਨ।
ਡਾਂਸ ਇਨ ਇੰਡੀਆ ਹੈਜ਼ ਐਨ ਅਨਬ੍ਰੋਕਨ ਟ੍ਰੈਡੀਸ਼ਨ ਆਫ ਓਵਰ 2000 ਈਅਰਸ, ਅਰਥਾਤ ਭਾਰਤ ਦੇ ਵਿੱਚ ਨਾਚ ਜਿਹੜੀ ਹੈ ਉਹਦੀ 2000 ਸਾਲਾਂ ਤੋਂ ਵੀ ਜ਼ਿਆਦਾ ਦੀ ਅਣਟੁੱਟੀ ਮਤਲਬ ਕਿ ਨਿਰੰਤਰ ਪਰੰਪਰਾ ਹੈ। ਅਰਥਾਤ ਕਦੀ ਵੀ ਇਹਦੇ ਵਿੱਚ ਰੋਕ ਨਹੀਂ ਆਈ, ਵਿੱਥ ਨਹੀਂ ਆਈ ਕੋਈ, ਭਾਵੇਂ ਇੱਥੇ ਧਾੜੇ ਵੀ ਆਉਂਦੇ ਰਹੇ, ਪਰ ਇਹ ਜਿਹੜਾ ਨਾਚ ਦਾ ਜਿਹੜਾ ਪਰੰਪਰਾ ਹੈ ਨਿਰਵਿਘਨ ਚੱਲਦਾ ਰਿਹਾ। ਅਨਬ੍ਰੋਕਨ ਮੈਨੇ ਨਿਰਵਿਘਨ, ਨਿਰੰਤਰ। ਇਟਸ ਥੀਮਸ ਆਰ ਡਿਰਾਈਵਡ, ਇਹਦੇ ਜਿਹੜੇ ਵਿਸ਼ਾ ਵਸਤੂ ਇਹ ਹੈਗੇ ਨੇ, ਅਲੱਗ-ਅਲੱਗ ਵਿਸ਼ੇ ਨੇ ਨਾਚਾਂ ਦੇ, ਡਿਰਾਈਵਡ ਲਏ ਜਾਂਦੇ ਹਨ, ਲਏ ਗਏ ਹਨ ਫਰੋਮ ਮਾਈਥੋਲੋਜੀ, ਮਿਥਿਹਾਸ ਵਿੱਚੋਂ ਵੀ ਲਏ ਗਏ ਨੇ, ਲੀਜੈਂਡਸ ਮੈਨੇ ਲੋਕ ਕਥਾਵਾਂ ਤੋਂ ਵੀ ਲਏ ਗਏ ਨੇ, ਐਂਡ ਕਲਾਸੀਕਲ ਲਿਟਰੇਚਰ, ਅਤੇ ਜਿਹੜਾ ਟਕਸਾਲੀ ਸਾਹਿਤ ਹੈਗਾ, ਕਲਾਸੀਕਲ ਦਾ ਮਤਲਬ ਹੈ ਜੋ ਟਕਸਾਲੀ ਵੀ ਹੁੰਦਾ ਹੈ, ਪੁਰਾਤਨ ਵੀ ਹੁੰਦਾ ਹੈ, ਸ਼੍ਰੇਸ਼ਠ ਵੀ ਹੁੰਦਾ ਹੈ, ਮਤਲਬ ਜਿਹੜੇ ਮੰਨੇ ਪਰਮੰਨੇ ਕੋਈ ਲਿਖਾਰੀ ਹੋਏ ਨੇ ਉਹਨਾਂ ਦਾ ਸਾਹਿਤ ਹੈਗਾ ਉੱਧਰੋਂ ਲਏ ਗਏ ਨੇ, ਜਾਂ ਟਕਸਾਲੀ ਸਾਹਿਤ ਤੋਂ ਵਿਸ਼ੇ ਵਸਤੂਆਂ ਲਈਆਂ ਗਈਆਂ ਨੇ। ਦੇਅਰ ਆਰ ਟੂ ਮੇਨ ਡਾਂਸ ਫਾਰਮਸ ਇਨ ਇੰਡੀਆ, ਅਰਥਾਤ ਭਾਰਤ ਦੇ ਵਿੱਚ ਨਾਚ ਦੇ ਦੋ ਪ੍ਰਮੁੱਖ ਰੂਪ ਹਨ। ਦੀਜ਼ ਆਰ ਫੋਕ ਡਾਂਸ, ਇਹ ਹੈਗੇ ਨੇ ਇੱਕ ਤੇ ਲੋਕ ਗੀਤ, ਐਂਡ ਕਲਾਸੀਕਲ ਡਾਂਸ, ਤੇ ਦੂਜਾ ਟਕਸਾਲੀ ਡਾਂਸ ਜਾਂ ਸ਼੍ਰੇਸ਼ਠ ਡਾਂਸ ਕਹਿ ਲਓ, ਟਕਸਾਲੀ ਡਾਂਸ ਕਹਿ ਲਓ, ਪੁਰਾਤਨ ਡਾਂਸ ਕਹਿ ਲਓ। ਇੰਡੀਅਨ ਕਲਾਸੀਕਲ ਡਾਂਸਿਸ, ਜਿਹੜੇ ਇੰਡੀਅਨ ਕਲਾਸੀਕਲ ਡਾਂਸ ਨੇ, ਦੇ ਫੋਲੋ ਦੀ ਪ੍ਰਿੰਸੀਪਲਸ ਐਂਡ ਰੂਲਸ, ਇਹ ਉਹਨਾਂ ਸਿਧਾਂਤਾਂ ਨੂੰ ਅਤੇ ਅਸੂਲਾਂ ਨੂੰ ਫੋਲੋ ਕਰਦੇ ਨੇ, ਉਹਦੇ ਮਗਰ ਉਹਦੇ ਹਿਸਾਬ ਨਾਲ ਚੱਲਦੇ ਨੇ। ਲੇਡ ਡਾਊਨ, ਜਿਹੜੇ ਅਸੂਲ ਤਿਆਰ ਕੀਤੇ ਗਏ, ਲੇਡ ਡਾਊਨ ਮਾਨੇ ਤਿਆਰ ਕਰਕੇ ਪਾਏ ਗਏ, ਬਾਏ ਭਾਰਤ ਮੁਨੀ, ਮਤਲਬ ਭਾਰਤ ਮੁਨੀ ਨਾਮ ਦਾ ਕੋਈ ਬੰਦਾ ਸੀਗਾ, ਉਹਨੇ ਇਹ ਵਾਲੇ ਨਾਚਾਂ ਦੇ ਸਿਧਾਂਤ ਅਤੇ ਅਸੂਲ ਬਣਾਏ ਨੇ, ਤੇ ਉਹਦੇ ਹਿਸਾਬ ਨਾਲ ਜਿਹੜੇ ਡਾਂਸ ਨੇ ਇੰਡੀਆ ਦੇ ਕਲਾਸੀਕਲ ਉਹਨੂੰ ਫੋਲੋ ਕਰਦੇ ਨੇ। ਇਨ ਹਿਜ਼ ਨਾਟਯ ਸ਼ਾਸਤਰ ਏਜਿਸ ਅਗੋ, ਉਹ ਇਹ ਗੱਲ ਜਿਹੜੀ ਹੈ ਅਸੂਲ ਨੇ, ਉਹ ਨਾਟ ਸ਼ਾਸਤਰ ਜਿਹੜਾ ਹੈਗਾ ਉਹਦਾ ਲਿਖਿਆ ਹੋਇਆ, ਏਜਿਸ ਅਗੋ ਬਣੇ ਸਦੀਆਂ ਪਹਿਲੇ ਉਹ 'ਚ ਉਹਨੇ ਲਿਖੇ ਸੀ। ਦੇਅਰ ਆਰ 180 ਸਟਾਈਲਸ ਆਫ ਇੰਡੀਅਨ ਡਾਂਸਿਸ, ਕਹਿੰਦੇ ਇੰਡੀਅਨ ਡਾਂਸਾਂ ਦੀਆਂ ਜਿਹੜੀਆਂ ਪੱਧਤੀਆਂ ਨੇ, ਕਿਸਮਾਂ ਨੇ, ਉਹਦੇ 180 ਹਨ। ਐਂਡ 101 ਆਫ ਥੀਸ ਆਰ ਡਿਸਕ੍ਰਾਈਬਡ ਇਨ ਦੀ ਨਾਟ ਸ਼ਾਸਤਰ, ਤੇ ਉਹਦੇ 180 ਵਿੱਚੋਂ ਜਿਹੜੀਆਂ 101 ਹੈਗੀਆਂ ਨੇ ਉਹਨਾਂ ਦਾ ਵੇਰਵਾ ਨਾਟ ਸ਼ਾਸਤਰ ਵਿੱਚ ਦਿੱਤਾ ਗਿਆ, ਡਿਸਕ੍ਰਾਈਬਡ ਉਹਨੇ ਉਹਨਾਂ ਦਾ ਵੇਰਵਾ ਦਿੱਤਾ ਗਿਆ। ਮੋਸਟ ਆਫ ਥੀਸ ਡਾਂਸ ਸਟਾਈਲਸ, ਜ਼ਿਆਦਾਤਰ ਇਹ ਨਾਚ ਦੀਆਂ ਜੋ ਪੱਧਤੀਆਂ ਨੇ, ਨਾਚ ਦੀਆਂ ਜੋ ਕਿਸਮਾਂ ਨੇ, ਆਰ ਡਿਪਿਕਟਡ ਮੈਨੇ ਦਰਸਾਈਆਂ ਗਈਆਂ ਹਨ, ਔਨ ਦੀ ਵਾਲਸ, ਕੰਧਾਂ ਉੱਤੇ, ਐਂਡ ਪਿਲਰਸ, ਥੰਮਾਂ ਉੱਤੇ, ਥੰਮ ਹੁੰਦੇ ਨੇ ਜਿਹੜੇ ਜਿਹਨਾਂ ਛੱਤ ਜਿਹੜੀ ਹੈ ਉਹਨੂੰ ਟਿਕਾਇਆ ਜਾਂਦਾ ਹੈ, ਆਫ ਦੀ ਫੇਮਸ, ਮਸ਼ਹੂਰ ਇੰਡੀਅਨ ਟੈਂਪਲਸ, ਅਰਥਾਤ ਜਿਹੜੇ ਇਹ ਡਾਂਸ ਦੇ ਸਟਾਈਲ ਹੈਗੇ ਨੇ, ਡਾਂਸ ਦੀਆਂ ਪੱਧਤੀਆਂ ਨੇ, ਨਾਚ ਦੀਆਂ ਪੱਧਤੀਆਂ, ਇਹ ਜਿਹੜੇ ਮਸ਼ਹੂਰ ਭਾਰਤੀ ਜਿਹੜੇ ਮੰਦਿਰ ਨੇ ਉਹਨਾਂ ਦੀ ਕੰਧਾਂ ਅਤੇ ਥੰਮਾਂ ਉੱਤੇ ਇਹਨਾਂ ਨੂੰ ਤਸਵੀਰਾਂ ਰਾਹੀਂ, ਜਾਂ ਜਿਹੜੀ ਉਹ ਕਾਸ਼ਤਕਾਰੀ ਹੁੰਦੀ ਹੈ, ਜਿਹੜੀ ਮੂਰਤੀ ਘਾੜੇ ਕਰਦੇ ਨੇ, ਮੂਰਤੀਆਂ ਰਾਹੀਂ ਉਹਨਾਂ ਨੂੰ ਦਰਸਾਇਆ ਗਿਆ ਹੈ। ਠੀਕ ਹੈ, ਸੋ ਇਹ ਬੱਚੋ ਪੈਰਾਗ੍ਰਾਫ ਹੋ ਗਿਆ। ਆਓ ਹੁਣ ਸਵਾਲ ਕਰੀਏ। ਨਹੀਂ ਸੌਰੀ, ਹਾਲੇ ਅੱਗੇ ਬਚਿਆ ਇੱਕ ਛੋਟਾ ਜਿਹਾ ਵੀ ਬਚਿਆ ਸੀਗਾ। ਕਹਿੰਦੇ ਆਫ ਦੀ ਕਲਾਸੀਕਲ ਡਾਂਸਿਸ ਆਫ ਇੰਡੀਆ, ਕਹਿੰਦੇ ਜਿਹੜੇ ਭਾਰਤ ਦੇ ਕਲਾਸੀਕਲ ਡਾਂਸ ਹੈਗੇ ਨੇ, ਭਾਰਤ ਦੇ ਕਲਾਸੀਕਲ ਡਾਂਸ ਟਕਸਾਲੀ ਡਾਂਸ ਨੇ, 5 ਆਰ ਫੇਮਸ ਆਲ ਓਵਰ ਦਾ ਵਰਲਡ, ਉਹਨਾਂ 'ਚੋਂ 5 ਜਿਹੜੇ ਨੇ ਉਹ ਸਾਰੀ ਦੁਨੀਆ ਵਿੱਚ ਮਸ਼ਹੂਰ ਨੇ। ਕਿਹੜੇ ਕਿਹੜੇ? ਦੀਜ਼ ਆਰ ਭਾਰਤਨਾਟਿਅਮ, ਕਥਕਲੀ, ਮਣੀਪੁਰੀ, ਕਥਕ ਐਂਡ ਓਡੀਸੀ। ਅਦਰ ਪ੍ਰੋਮੀਨੈਂਟ ਮੈਨੇ ਹੋਰ ਉੱਗੇ, ਮਸ਼ਹੂਰ ਜਾਂ ਮਤਲਬ ਕਿ ਜਾਣੇ ਜਾਂਦੇ ਡਾਂਸਿਸ ਆਰ ਕੁਚੀਪੁੜੀ ਆਫ ਆਂਧਰਾ ਪ੍ਰਦੇਸ਼, ਆਂਧਰਾ ਪ੍ਰਦੇਸ਼ ਦਾ ਕੁਚੀਪੁੜੀ, ਐਂਡ ਮੋਹਿਨੀ ਅੱਟਮ ਆਫ ਕੇਰਲਾ, ਅਤੇ ਕੇਰਲਾ ਦਾ ਮੋਹਿਨੀ ਅੱਟਮ। ਸੋ ਇਹ ਬੱਚੇ ਤੁਹਾਡਾ ਪੈਰਾਗ੍ਰਾਫ ਪੂਰਾ ਹੋ ਗਿਆ। ਹੁਣ ਅਸੀਂ ਕਰਦੇ ਹਾਂ ਸਵਾਲਾਂ ਦੇ ਜਵਾਬ। ਵਟ ਕਾਈਂਡ ਆਫ ਆਰਟ ਇਜ਼ ਡਾਂਸ? ਇੱਥੇ ਬੜਾ ਸੌਖਾ ਹੈ, ਸਟਾਰਟਿੰਗ 'ਚ ਹੀ ਕਿਹਾ ਕਿ ਡਾਂਸ ਇਜ਼ ਅ ਪਰਫਾਰਮਿੰਗ ਆਰਟ। ਸੋ ਪਰਫਾਰਮਿੰਗ ਆਰਟ ਇੱਥੇ ਲਗਾਤਾ। ਅੱਗੇ ਚੱਲੀਏ। ਫਿਰ ਕਹਿੰਦੇ ਵਟ ਇਜ਼ ਫੰਡਾਮੈਂਟਲ ਟੂ ਡਾਂਸ? ਉੱਥੇ ਲਿਖਿਆ ਮੂਵਮੈਂਟਸ ਐਂਡ ਰਿਦਮ। ਸੋ ਰਿਦਮ ਐਂਡ ਮੂਵਮੈਂਟਸ ਆਰ ਫੰਡਾਮੈਂਟਲ ਟੂ ਡਾਂਸ। ਸੌਖਾ ਹੈ, ਜੇ ਅਸੀਂ ਪੈਰਾਗ੍ਰਾਫ ਨੂੰ ਦਾਣਾ ਪੜ੍ਹਿਆ, ਸੁਣਿਆ, ਅਰਥ ਸਮਝ ਲੈਣੇ, ਫਿਰ ਸਵਾਲਾਂ ਦੇ ਜਵਾਬ ਬਹੁਤ ਹੀ ਸੌਖੇ ਨੇ। ਵਟ ਕਾਈਂਡ ਆਫ ਕਲਚਰਲ ਟ੍ਰੈਡੀਸ਼ਨ ਡਜ਼ ਇੰਡੀਆ ਹੈਵ? ਰਿਚ, ਉੱਥੇ ਲਿਖਿਆ ਬੜਾ ਅਮੀਰ ਸਾਡਾ ਸੱਭਿਆਚਾਰਕ ਪਰੰਪਰਾ ਰਿਵਾਜ ਹੈਗਾ। ਵਟ ਬਾਈਂਡਸ ਮੈਨੇ ਬੰਨ ਕੇ ਰੱਖਦਾ ਹੈ, ਬੰਨਦਾ ਹੈ ਦੀ ਪੀਪਲ ਆਫ ਕੰਟਰੀ ਟੂਗੈਦਰ। ਡਾਂਸ, ਉਹ 'ਚ ਲਿਖਿਆ ਨਾ ਕਿ ਡਾਂਸ ਜਿਹੜਾ ਹੈਗਾ ਇਟ ਇਜ਼ ਐਜ਼ ਵੇਰੀਡ ਐਜ਼ ਦੀ ਲੈਂਡ ਇਟ ਸੈਲਫ, ਤੇ ਦੀ ਅੰਡਰਲਾਈੰਗ ਜਿਹੜੀ ਹੈ ਯੂਨਿਟੀ ਹੈਗੀ ਹੈ, ਉਹ ਇਹਦੇ ਰਾਹੀਂ ਮਤਲਬ ਕਿ ਇਹ ਜਿਹੜਾ ਡਾਂਸ ਹੈ ਬੰਨ ਕੇ ਰੱਖਦਾ ਹੈ, ਲੋਕਾਂ ਨੂੰ ਬਾਈਂਡ ਕਰਕੇ ਰੱਖਦਾ ਹੈ। ਫਿਰ ਅੱਗੇ ਆ ਗਿਆ ਹਾਊ ਓਲਡ ਇਜ਼ ਦੀ ਟ੍ਰੈਡੀਸ਼ਨ ਆਫ ਇੰਡੀਅਨ ਡਾਂਸਿਸ। ਉਹ 'ਚ ਲਿਖਿਆ ਓਵਰ 200 ਈਅਰਸ। ਸੋ ਇੱਥੇ ਓਵਰ ਤੇ ਨਹੀਂ ਲਿਖਿਆ, ਪਰ ਇੱਧਰ ਸਾਨੂੰ ਪਤਾ ਲੱਗਦਾ ਕਿ ਇਹ ਆਨਸਰ ਠੀਕ ਹੈ, 200 ਈਅਰਸ। ਫਿਰ ਅਗਰ ਟੂ ਮੇਨ ਫਾਰਮਸ ਆਫ ਇੰਡੀਅਨ ਡਾਂਸ ਆਰ ਫੋਕ ਐਂਡ ਕਲਾਸੀਕਲ। ਉਹ 'ਚ ਵੀ ਲਿਖਿਆ ਹੈ ਦੇਖੋ, ਫੋਕ ਐਂਡ ਕਲਾਸੀਕਲ। ਕੰਟਰੀ ਐਂਡ ਜਾਜ਼ ਦਾ ਕਿਤੇ ਜ਼ਿਕਰ ਨਹੀਂ ਹੈਗਾ। ਕਲਾਸੀਕਲ ਐਂਡ ਮਾਡਰਨ ਦਾ ਜ਼ਿਕਰ ਕਿਤੇ ਨਹੀਂ ਹੈਗਾ।
ਫੋਕ ਦਾ ਜ਼ਿਕਰ ਹੈ, ਪਰ ਹਿਪ ਹੌਪ ਦਾ ਕਿਤੇ ਜ਼ਿਕਰ ਨਹੀਂ ਹੈਗਾ। ਸੋ ਦੋ ਨੇ, ਫੋਕ ਐਂਡ ਕਲਾਸੀਕਲ। ਫਿਰ ਅਗਲਾ ਆ ਗਿਆ, ਦੀ ਪ੍ਰਿੰਸੀਪਲਸ ਆਫ ਇੰਡੀਅਨ ਕਲਾਸੀਕਲ ਮਿਊਜ਼ਿਕ, ਦ ਕਲਾਸੀਕਲ ਡਾਂਸ ਵਰ ਲੇਡ ਡਾਊਨ ਬਾਏ ਭਾਰਤ ਮੁਨੀ। ਹੈ ਤੇ ਬੱਚਿਆਂ ਵਿੱਚ ਕੋਈ ਭੁਲੇਖਾ ਹੀ ਨਹੀਂ ਹੈਗਾ, ਨਾ ਕੁਚੀਪੁੜੀ ਦਾ ਡਾਂਸ ਦਾ ਨਾਮ ਹੈਗਾ, ਇੰਡੀਅਨ ਡਾਂਸ ਵੀ ਡਾਂਸ ਦਾ ਨਾਮ ਹੈ, ਮੋਹਿਨੀ ਅੱਟਮ ਵੀ ਡਾਂਸ ਦਾ ਨਾਮ ਹੈ, ਬੰਦੇ ਦਾ ਨਾਮ ਹੈਗਾ ਭਾਰਤ ਮੁਨੀ, ਜੋ ਜਿਹਨੇ ਅਸੂਲ ਤੇ ਸਿਧਾਂਤ ਇੰਡੀਅਨ ਨਾਚ ਦੇ ਬਣਾਏ ਸੀ। ਫਿਰ ਆ ਗਿਆ ਬੱਚੋ ਆਖਰੀ ਸਲਾਈਡ ਆ ਗਈ, ਰਾਈਟ ਟੂ ਨੇਮਸ ਆਫ ਕਲਾਸੀਕਲ ਡਾਂਸਿਸ ਆਫ ਇੰਡੀਆ। ਹੁਣ ਬੱਚੋ ਇਹ ਮਿਸਪ੍ਰਿੰਟਿੰਗ ਹੈਗੀ ਹੈ। ਹੁਣ ਦੇਖੋ ਹੋਣਾ ਤੇ ਇਹ ਚਾਹੀਦਾ ਸੀ, ਰਾਈਟ ਟੂ ਫਾਰਮਸ ਆਫ ਕਲਾਸੀਕਲ, ਟੂ ਫਾਰਮਸ ਆਫ ਡਾਂਸਿਸ ਆਫ ਇੰਡੀਆ, ਤੇ ਉਹ ਹੈਗਾ ਫੋਕ ਐਂਡ ਕਲਾਸੀਕਲ। ਠੀਕ ਹੈ ਨਾ, ਜੇ ਇਹਨਾਂ ਚੋਣ ਨੂੰ ਲਈਏ ਤੇ ਫਿਰ ਆਂਸਰ, ਫਿਰ ਕੁਐਸਚਨ ਬਣ ਜਾਏਗਾ ਰਾਈਟ ਟੂ ਫਾਰਮਸ ਆਫ ਡਾਂਸਿਸ ਆਫ ਇੰਡੀਆ, ਫਿਰ ਆ ਜਾਏਗਾ ਫੋਕ ਐਂਡ ਕਲਾਸੀਕਲ। ਪਰ ਜੇ ਇਹ ਕਹਿੰਦੇ ਨੇ ਰਾਈਟ ਟੂ ਫਾਰਮਸ ਆਫ ਟੂ ਨੇਮਸ ਆਫ ਕਲਾਸੀਕਲ ਡਾਂਸਿਸ ਆਫ ਇੰਡੀਆ, ਫਿਰ ਤੇ ਬੱਚੋ 5 ਡਾਂਸ ਦੱਸੇ ਉਹਨਾਂ ਨੇ, ਕਥਕਲੀ ਦੱਸਿਆ, ਭਾਰਤਨਾਟਮ ਦੱਸਿਆ, ਕੱਥਕ ਦੱਸਿਆ, ਓਡੀਸੀ ਦੱਸਿਆ, ਤੇ ਆਪਣਾ ਇੱਕ ਮਣੀਪੁਰੀ ਦੱਸਿਆ। ਉਹ 5 ਚੋਂ 2 ਚੁਣਨੇ ਸੀਗੇ। ਹੁਣ ਇੱਥੇ ਤੇ ਬੱਚੇ ਕੋਈ ਵੀ ਨਹੀਂ ਹੈਗਾ। ਇਹ ਮੈਨੂੰ ਲੱਗਦਾ ਹੈ ਤੁਸੀਂ ਚੈੱਕ ਕਰ ਲਿਓ, ਆਪਣੇ ਟੀਚਰ ਨਾਲ ਗੱਲ ਕਰਿਓ, ਕਿਉਂਕਿ ਜੋ ਛਪਿਆ ਮੈਂ ਤੇ ਉਸ ਹਿਸਾਬ ਨਾਲ ਤਿਆਰ ਕੀਤਾ ਹੈ। ਸੋ ਇਹ ਸਵਾਲ, ਜੇ ਇਹ ਆਨਸਰ ਬਣੇ ਤੇ ਫਿਰ ਸਵਾਲ ਹੋਣਾ ਚਾਹੀਦਾ ਹੈ ਰਾਈਟ ਟੂ ਫਾਰਮਸ ਆਫ ਡਾਂਸਿਸ ਆਫ ਇੰਡੀਆ। ਇਹ ਚੀਜ਼ ਨਹੀਂ ਹੈਗੀ, ਨੇਮਸ ਆਫ ਕਲਾਸੀਕਲ ਡਾਂਸ ਨਹੀਂ ਆਏਗਾ। ਠੀਕ ਹੈ, ਇਹ ਥੋੜਾ ਧਿਆਨ ਰੱਖਣਾ ਔਰ ਆਪਣੇ ਟੀਚਰਸ ਨਾਲ ਡਿਸਕਸ ਕਰ ਲੈਣਾ। ਫਿਰ ਹਾਊ ਮੈਨੀ ਡਾਂਸ ਸਟਾਈਲਸ ਆਰ ਦੇਅਰ ਇਨ ਇੰਡੀਆ, 180 ਵਿੱਚ ਲਿਖਿਆ ਹੈ 180 ਦੇ ਡਾਂਸ ਸਟਾਈਲ ਨੇ, ਤੇ 101 ਦਾ ਵੇਰਵਾ ਭਾਰਤ ਮੁਨੀ ਨੇ ਨਾਟ ਸ਼ਾਸਤਰ ਵਿੱਚ ਦਿੱਤਾ ਹੈ। ਠੀਕ ਹੈ, ਪਰ ਸਟਾਈਲ ਹੈਗੇ ਨੇ 180। ਤੇ ਕਹਿੰਦੇ ਮੋਸਟ ਆਫ ਥੀਸ ਡਾਂਸ ਸਟਾਈਲਸ ਆਰ ਡਿਪਿਕਟਡ ਔਨ ਦੀ ਵਾਲਸ ਐਂਡ ਪਿਲਰਸ। ਇਹ ਬੱਚੋ ਟਰੂ ਅੱਧਾ ਵੀ ਹੈ, ਪਰ ਮੈਨੂੰ ਇਹ ਫਾਲਸ ਵੀ ਹੋ ਸਕਦਾ ਹੈ। ਪਤਾ ਕਿਉਂ? ਕਿਉਂਕਿ ਇਹ ਸਟੇਟਮੈਂਟ ਪੂਰੀ ਤਾਂ ਬਣੇਗੀ ਜੇ ਇੱਥੇ ਲਿਖਿਆ ਹੋਵੇ ਵਾਲਸ ਐਂਡ ਪਿਲਰਸ ਆਫ ਫੇਮਸ ਇੰਡੀਅਨ ਟੈਂਪਲਸ। ਹੁਣ ਇੰਨਾ ਇੱਦਾਂ ਦਾ ਭੁਲੇਖਾ ਪਾਉ ਸਵਾਲ ਤੇ ਨਹੀਂ ਤਿਆਰ ਹੋ ਸਕਦਾ। ਠੀਕ ਹੈ ਨਾ, ਹੁਣ ਜੇ ਮੈਂ ਇਹਨੂੰ ਇੰਨਾ ਇੱਦਾਂ ਮੰਨ ਕੇ ਚੱਲਾਂ ਬਿਲਕੁਲ ਸਟੇਟਮੈਂਟ ਨੂੰ, ਤੇ ਫਿਰ ਬਣਦੀ ਫਾਲਸ, ਕਿਉਂਕਿ ਮੇਰੇ ਘਰ 'ਚ ਪਿੱਲਰ ਹੈਗੇ ਨੇ, ਕੰਧਾਂ ਹੈਗੀਆਂ, ਮੇਰੇ ਆਂਢ ਗੁਆਂਢ 'ਚ ਵੀ ਹੈਗੀਆਂ। ਕੰਧਾਂ ਦੇ ਪਿੱਲਰ ਤੇ ਹਰ ਥਾਂ ਤੇ ਹੁੰਦੇ ਨੇ ਜਿੱਥੇ ਵੀ ਕੰਸਟਰਕਸ਼ਨ ਹੋਈ ਪਈ ਹੈ, ਪਰ ਉੱਥੇ ਨਾਚ ਦੇ ਸਟਾਈਲ ਥੋੜ੍ਹੀ ਹੈਗੇ ਨੇ। ਪਰ ਇਹ ਇੰਨਾ ਭੁਲੇਖਾ ਪਾਉ ਨਹੀਂ ਹੋ ਸਕਦਾ। ਇੱਥੇ ਇਹ ਆਉਣਾ ਚਾਹੀਦਾ ਸੀਗਾ ਮੋਸਟ ਆਫ ਦੀਜ਼ ਡਾਂਸ ਸਟਾਈਲਸ ਆਰ ਡਿਪਿਕਟਡ ਔਨ ਦੀ ਵਾਲਸ ਐਂਡ ਪਿਲਰਸ ਆਫ ਫੇਮਸ ਇੰਡੀਅਨ ਟੈਂਪਲਸ। ਇਹ ਇੱਥੇ ਪੂਰਾ ਤਾਂ ਬਣੇਗਾ ਤੇ ਫਿਰ ਇਹ ਬਣ ਜਾਏਗੀ ਸਟੇਟਮੈਂਟ ਟਰੂ, ਕਿ ਇਹ ਜਿੰਨੇ ਵੀ ਡਾਂਸ, ਜ਼ਿਆਦਾਤਰ ਡਾਂਸ ਸਟਾਈਲ ਹੈਗੇ ਨੇ, ਇਹ ਜਿਹੜੇ ਨੇ ਕੰਧਾਂ ਅਤੇ ਥੰਮਾਂ ਦੇ ਉੱਤੇ ਇਹਨਾਂ ਨੂੰ ਦਰਸਾਇਆ ਗਿਆ ਹੈ। ਠੀਕ ਹੈ, ਸੋ ਪਿਆਰੇ ਵਿਦਿਆਰਥੀਓ, ਐਸੀ ਤੁਹਾਡੀ ਪੈਰਾਗ੍ਰਾਫ ਨੰਬਰ 5। ਸੋ ਤੁਸੀਂ ਇਸੇ ਤਰ੍ਹਾਂ ਅਨੁਸ਼ਾਸਨ ਦੇ ਨਾਲ, ਨੇਮ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਥੈਂਕ ਯੂ ਵੈਰੀ ਮਚ।